ਦੋਸਤੋ ਇੱਕ ਫੈਮਿਲੀ ਦਾ ਕੇਸ ਮੇਰੇ ਕੋਲ ਆਇਆ ਹੈ। ਉਹਨਾਂ ਨੂੰ ਇੱਕ ਛੋਟੀ ਜੀ ਗਲਤੀ ਦੀ ਵਜ੍ਹਾ ਨਾਲ ਰਿਮੂਵਲ ਚ ਪਾਤਾ ਗਿਆ, ਯਾਨੀ ਕਿ ਅਮਰੀਕਾ ਚੋਂ ਰਿਮੂਵ ਕਰ ਦਿਓ। ਉਹ ਗਲਤੀ ਕੀ ਹੈ, ਉਹਦੇ ਚੋਂ ਤੁਸੀਂ ਕਿਸ ਤਰ੍ਹਾਂ ਬਚਣਾ ਹੈ, ਸਾਰਾ ਕੁਝ ਮੈਂ ਅੱਜ ਦੀ ਵੀਡੀਓ 'ਚ ਦੱਸਾਂਗਾ। ਪਲੀਜ਼ ਇਸ ਮੇਰੇ ਪੰਜਾਬੀ ਚੈਨਲ ਨੂੰ ਫੋਲੋ ਕਰ ਲਓ ਔਰ ਕੋਈ ਲਾਈਕ ਸ਼ੇਅਰ ਕਮੈਂਟ ਕਰ ਦਿਆ ਕਰੋ। ਆਨੇ ਆਪਣੇ ਮੌਜ਼ ਵਾਲੇ ਪਾਸੇ। ਦੋਸਤੋ ਇਸ ਫੈਮਿਲੀ ਦਾ ਕੇਸ ਬਿਲਕੁਲ ਸਮੂਥ ਚੱਲ ਰਿਹਾ। ਅਸਾਈਲਮ ਕੇਸ ਹੈ, ਡੇਟਾ ਮਿਲ ਗਈਆਂ ਨੇ, ਵਰਕ ਪਰਮਿਟ ਮਿਲਿਆ ਹੈ, ਕੋਈ ਇਲੀਗਲ ਕੰਮ ਨਹੀਂ, ਸਾਰਾ ਲੀਗਲ ਕੰਮ ਹੈ। ਬਿਹਤਰੀਨ ਲਾਈਫ ਗੁਜ਼ਰ ਰਹੀ ਹੈ। ਇੰਟਰਵਿਊ ਦੀ ਡੇਟ ਦਾ ਇੰਤਜ਼ਾਰ ਹੈ, ਇੰਟਰਵਿਊ ਹੋਣ ਵਾਲਾ ਹੈ, ਇਹ ਕੋਈ ਇੰਟਰਵਿਊ ਨਹੀਂ ਹੋਇਆ। ਤੇ ਇੱਕ ਦਿਨ ਉਹ ਆਨਲਾਈਨ ਆਪਣਾ ਅਕਾਊਂਟ ਚੈੱਕ ਕਰਦੇ ਨੇ ਤੇ ਪਤਾ ਲੱਗਦਾ ਜਨਾਬ ਉਹਨਾਂ ਨੂੰ ਤੇ ਰਿਮੂਵਲ ਚ ਪਾਤਾ ਗਿਆ। ਉਹ ਹੈਰਾਨ ਤੇ ਪਰੇਸ਼ਾਨ, ਸਾਰੇ ਹੈਰਾਨ ਹੀ ਹੋਣਾ, ਪਰੇਸ਼ਾਨ ਹੀ ਹੋਣਾ। ਉਹਨਾਂ ਨੇ ਫੌਰੀ ਤੌਰ ਤੇ ਮੇਰੇ ਨਾਲ ਰਾਬਤਾ ਕੀਤਾ, ਜੀ ਦੱਸੋ ਹੁਣ ਅਸੀਂ ਮੁਖਤਲਿਫ ਗੱਲਾਂ ਦੇ ਉੱਤੇ ਕਰ ਰਹੇ ਹਾਂ ਕਿ ਇਹ ਹੋ ਸਕਦਾ, ਇਹ ਹੋ ਸਕਦਾ, ਇਹ ਹੋ ਸਕਦਾ, ਇਹ ਹੋ ਸਕਦਾ। ਬੜਾ ਕੁਛ ਹੋਇਆ, ਸਾਰਾ ਦਿਨ ਗੁਜ਼ਰ ਗਿਆ ਇਸ ਚੱਕਰ ਦੇ ਵਿੱਚ। ਵਕੀਲ ਜਿਹਦੇ ਥਰੂ ਉਹਨਾਂ ਨੇ ਕੰਮ ਕੀਤਾ ਸੀ ਉਹ ਬਿਜ਼ੀ ਸੀ, ਉਹਦੇ ਨਾਲ ਉਹਨਾਂ ਦੀ ਗੱਲ ਨਹੀਂ ਸੀ ਹੋ ਪਾ ਰਹੀ। ਇਨ ਦੀ ਐਂਡ ਉਹਨਾਂ ਨੇ ਮੈਨੂੰ ਕੋਈ ਗੱਲ ਕੀਤੀ ਜਿਹਦੀ ਵਜ੍ਹਾ ਤੋਂ ਮੇਰੇ ਜ਼ਿਹਨ 'ਚ ਇੱਕ ਪੁਆਇੰਟ ਆਇਆ ਔਰ ਉਹੀ ਪੁਆਇੰਟ ਬਾਅਦ 'ਚੋਂ ਗਲਤੀ ਨਿਕਲੀ। ਉਹ ਪੁਆਇੰਟ ਕੀ ਹੈ ਜਨਾਬ, ਕਿ ਉਹਨਾਂ ਦੇ ਵਕੀਲ ਨੂੰ USCIS ਵੱਲੋਂ ਇੱਕ ਲੈਟਰ ਆਇਆ, ਜਿਹੜਾ ਤੁਹਾਨੂੰ ਸਾਰਿਆਂ ਨੂੰ ਆਇਆ। ਕੀ ਹੈ ਉਹ? ਐਨੂਅਲ ਅਸਾਈਲਮ ਫੀਸ 100 ਤੋਂ 100 ਡਾਲਰ ਜਿਹੜੀ ਹੈ ਉਹ ਉੱਥੇ ਆਇਆ। ਉਹ ਵਕੀਲ ਕਿਧਰੇ ਭੁੱਲ ਗਿਆ ਜਾਂ ਦੱਸ ਨਹੀਂ ਸਕਿਆ। ਉਹ ਜਦ ਫੀਸ ਜਮ੍ਹਾਂ ਕਰਾਉਣ ਦੇ 30 ਦਿਨ ਹੁੰਦੇ ਨੇ, ਉਹ 30 ਦਿਨ ਗੁਜ਼ਰ ਗਏ। ਉਹਦੀ ਵਜ੍ਹਾ ਦੇ ਨਾਲ ਉਹ ਫੀਸ ਜਮ੍ਹਾਂ ਨਹੀਂ ਕਰਾਈ, ਉਹਨਾਂ ਨੂੰ ਰਿਮੂਵਲ 'ਚ ਪਾ ਦਿੱਤਾ ਗਿਆ। ਕਿਉਂਕਿ ਇਹ ਉਹਨਾਂ ਨੇ ਆਪਣੀ ਗਾਈਡਲਾਈਨ 'ਚ ਦੱਸਿਆ USCIS ਨੇ ਕਿ ਰਿਮੂਵਲ ਡਿਨਾਇਲ ਡਿਸਮਿਸ ਦੇ ਵਿੱਚ ਅਸੀਂ ਤੁਹਾਨੂੰ ਪਾ ਦਿਆਂਗੇ ਜੇ ਤੁਸੀਂ ਇਹ ਫੀਸ ਜਮ੍ਹਾਂ ਨਾ ਕਰੇ, ਕਿਉਂਕਿ ਸਖਤੀ ਨਾਲ ਇਹਨੂੰ ਇੰਪਲੀਮੈਂਟ ਕਰਵਾ ਰਹੇ ਨੇ। ਹੁਣ ਇੱਕ ਛੋਟੀ ਜਿਹੀ ਗਲਤੀ ਸੀ, ਉਹ ਵਿਚਾਰੇ ਮੁਸੀਬਤ 'ਚ ਆ ਗਏ। ਜ਼ਾਹਿਰ ਹੈ ਕਿ ਉਹ ਹੁਣ ਉਹਨਾਂ ਨੂੰ ਇੱਕ ਸਭ ਤੋਂ ਅੱਛੀ ਜਿਹੜੀ ਚੀਜ਼ ਇਸ ਬਾਰੇ ਕੇਸ 'ਚ ਹੋਈ ਕਿ ਉਹਨਾਂ ਨੂੰ ਇੱਕ ਕੋਰਟ 'ਚ ਪੇਸ਼ ਹੋਣ ਦਾ ਚਾਂਸ ਮਿਲ ਗਿਆ। ਉਹਦੇ 'ਚ ਉਹਨਾਂ ਕੋਈ ਮਾਫੀ ਤਲਾਫੀ ਹੋਏਗੀ, ਕੋਈ ਫੀਸ ਜਮ੍ਹਾਂ ਹੋਏ, ਕੁਛ ਵੀ ਹੋਏ, ਜਾਂ ਹੋ ਸਕਦਾ ਕੁਛ ਵੀ ਨਾ ਹੋਵੇ, ਉਹਨੂੰ ਮਸਲਾ ਬਣ ਜੇ। ਇਹ ਤੇ ਹੁਣ ਕੋਰਟ ਡੇਟਾ ਜੋ ਵੀ ਉਹਨਾਂ ਦਾ ਹੋਏਗਾ ਸਿਸਟਮ ਉਹ 'ਚ ਪਤਾ ਲੱਗੇਗਾ। ਲੇਕਿਨ ਤੁਹਾਡੇ ਵਾਸਤੇ ਮੇਰੀ ਰਿਕੁਐਸਟ ਹੈ ਕਿ ਪਲੀਜ਼ ਤੁਸੀਂ, ਮੈਨੂੰ ਪਤਾ ਜਿਹਨੇ ਲੋਕ ਮੇਰੇ ਨਾਲ ਗੱਲ ਕਰਦੇ 95% ਉਹਨਾਂ ਦੀ ਕਰੋਸਪੋਂਡੈਂਸ ਜਿਹੜੀ ਹੈ ਉਹ USCIS ਦੇ ਨਾਲ ਥਰੂ ਵਕੀਲ ਹੀ ਚੱਲਦੀ ਹੈ। ਉਹ ਠੀਕ ਹੈ ਚੱਲਣ ਦਿਓ, ਲੇਕਿਨ ਆਪ ਵੀ ਆਪਣਾ ਵਿੱਚ ਈਮੇਲ ਦਿਓ ਜਾਂ ਡਾਇਰੈਕਟ ਕਰੋ। ਖੁਦ ਵਕੀਲ ਨੂੰ ਦੱਸੋ ਜੀ ਇਹ ਲੈਟਰ ਮੈਨੂੰ ਆ ਗਿਆ ਜੀ। ਜਿਹੜੇ ਖੁਦ ਆਪਣੇ ਕੋਲ ਰੱਖਦੇ ਨੇ, ਆਪ ਵਕੀਲ ਨੂੰ ਦੱਸਦੇ ਨੇ, ਉਹ ਬਿਲਕੁਲ ਸਹੀ ਰਹਿੰਦੇ ਨੇ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕੀ ਚੱਲ ਰਿਹਾ। ਹਰ ਬੰਦੇ ਕੋਲ ਟਾਈਮ ਨਹੀਂ ਹੁੰਦਾ ਕਿ ਆਨਲਾਈਨ ਚੈੱਕ ਕਰੇ, ਉਹਨੂੰ ਤਾਂ ਪਤਾ ਹੀ ਨਹੀਂ ਕਦੋਂ ਆ ਕੇ ਉਹਦੀ ਡੇਟ ਨਿਕਲ ਜਾਏਗੀ। ਜਿਸ ਨਾਲ ਹੀ ਤੁਹਾਨੂੰ ਇਹ ਲੈਟਰ ਆਉਂਦਾ ਹੈ ਕਿ ਆਪਣੀ ਫੀਸ ਜਮ੍ਹਾਂ ਕਰਾਓ, ਲੈਟਰ ਆਉਣਾ ਤੇ ਫੀਸ ਜਮ੍ਹਾਂ ਕਰਾਣੀ, ਉਸ ਨਾਲ ਨਹੀਂ ਕਰਵਾਉਣੀ। ਫੌਰੀ ਤੌਰ ਤੇ ਮੈਂ ਹਰ ਬੰਦੇ ਨੂੰ ਕਹਿਣਾ ਕਿ ਪਹਿਲਾ ਕੰਮ ਇਹ ਕਰੋਗੇ 102 ਡਾਲਰ ਦਿਓ। ਇਹ 100 ਡਾਲਰ ਦੀ ਵਜ੍ਹਾ ਨਾਲ ਤੁਹਾਨੂੰ ਰਿਮੂਵਲ 'ਚ ਪਾਤਾ ਗਿਆ, ਦੱਸੋ ਸਾਰੀ ਜ਼ਿੰਦਗੀ ਦਾ ਪਛਤਾਵਾ, ਯਾਰ ਮੈਂ 100 ਡਾਲਰ ਤੋਂ ਰਹਿ ਗਿਆ। ਇਸ ਵਾਸਤੇ ਹਾਲਾਂਕਿ ਲੋਕਾਂ ਦੇ ਬਿਲਕੁਲ ਕੇਸ ਸਮੂਥ ਹੁੰਦੇ ਨੇ, 100 ਡਾਲਰ ਦੀ ਵਜ੍ਹਾ ਨਾਲ ਮਸਲਾ ਬਣਾ ਦਿੰਦੇ ਨੇ। ਤੇ ਆਪ ਆਪਣੇ ਕੇਸ ਤੇ ਨਜ਼ਰ ਰੱਖੋ। ਦੇਖੋ ਵਕੀਲਾਂ ਦੀ ਕੋਈ ਗਲਤੀ ਨਹੀਂ ਹੁੰਦੀ, ਵਜ੍ਹਾ ਕੀ ਹੈ, ਉਹਨਾਂ ਕੋਲੋਂ ਤੇ ਸੈਂਕੜੋ ਹਜ਼ਾਰਾਂ ਕੇਸ ਨੇ, ਉਹਨਾਂ ਦੀ ਬਿਜ਼ੀ ਲਾਈਫ ਹੈ। ਉਹ ਤੁਹਾਡੇ ਕੇਸ ਵਾਸਤੇ ਤੇ ਨਹੀਂ ਬੈਠੇ, ਉਹਨਾਂ ਤੁਹਾਡੇ ਕੇਸ ਦੀ ਉਹ ਫਿਕਰ ਨਹੀਂ ਜੋ ਤੁਹਾਨੂੰ ਹੈ, ਉਹ ਦਰਦ ਨਹੀਂ ਜੋ ਤੁਹਾਨੂੰ ਹੈ। ਤੁਸੀਂ ਆਪ ਦੇਖਣਾ। ਤੇ ਜਦੋਂ ਕਰੋਸਪੋਂਡੈਂਸ ਤੁਹਾਡੇ ਹੱਥ 'ਚ ਹੋਏਗੀ, ਲੈਟਰ ਆ ਰਹੇ ਨੇ, ਕੋਈ ਨੋਟਿਸ ਆ ਰਿਹਾ, ਕੁਛ ਹੋ ਰਿਹਾ, ਉਹ ਤੁਹਾਨੂੰ ਪਤਾ ਹੋਏਗਾ, ਤੁਹਾਡੇ ਕੋਲ ਫੌਰੀ ਆਏਗਾ। ਤੁਸੀਂ ਪੂਰੀ ਪੇਨ ਲੈ ਕੇ ਉਹਨੂੰ ਕਰੋਗੇ, ਹੱਲ ਕਰੋਗੇ, ਪੂਰਾ ਉਹਦਾ ਪਿੱਛਾ ਕਰੋਗੇ, ਵਕੀਲ ਕੋਲ ਜਾਓਗੇ, ਰਾਬਤਾ ਕਰੋਗੇ। ਉਹਨੇ ਨਹੀਂ ਤੁਹਾਨੂੰ, ਉਹ ਤਾਂ ਆ ਵੀ ਗਿਆ, ਉਹ ਰੱਖ ਲੇਗਾ, ਅੱਛਾ ਜੀ ਦੱਸਣੇ ਆ, ਕਰਨੇ ਆ, ਉਹ ਬਸ ਫਿਰ ਭੁੱਲ ਗਿਆ। ਬੰਦਾ ਹੀ ਹੈ ਨਾ, ਫਿਰ ਬੰਦਾ ਭੁੱਲ ਜਾਂਦਾ। ਇਸ ਵਾਸਤੇ ਕੰਟਰੋਲ ਆਪਣੇ ਹੱਥ 'ਚ ਰੱਖੋ। ਜਦੋਂ ਫੀਸ ਆਏ, ਕੋਈ ਐਸਾ ਮਸਲਾ ਹੋਏ, ਫੌਰੀ ਤੌਰ ਤੇ ਉਹਦਾ ਹੱਲ ਕਰੋ, ਉਹਨੂੰ ਦੱਸੋ, ਨਹੀਂ ਤੇ ਇਹਦਾ ਨਤੀਜਾ ਬੜਾ ਬੁਰਾ ਨਿਕਲ ਸਕਦਾ ਹੈ। ਥੈਂਕ ਯੂ ਸੋ ਮਚ। ਚੈਨਲ ਨੂੰ ਪਲੀਜ਼ ਫੋਲੋ ਕਰ ਲੈਣਾ।